दर्शन देख जीवा गुर तेरा, पूर्ण कर्म होए प्रभु मेरा। एह बेनंती सुन प्रभ मेरे, देह नाम कर अपने चेरे। बलहारी गुर आपुणे, दिवहाड़ी सदवार। जिन मानस ते देवते किए, करत ना लागी वार। जे सौ चंदा उगवह, सूरज चढ़े हजार। इते चानण हुंदिया, गुर बिन घोर अंधार। बाणी गुरु गुरु है बाणी, विच बाणी अमृत सारे। गुरबाणी कहे सेवक जन मानै, परतख गुरु निस्तार। सो कहो टल गुरु सेवियै, अहनिस सहज सुभाए। दर्शन परसै गुरु कै, जन्म मरण दुख जाए। सतनाम श्री वाहिगुरु साहिब जीओ। सुही महला पंजवा, बहती जात कदे दृष्ट ना धारत। मिथ्या मोह बंदे नित पारच, बहती जात कदे दृष्ट ना धारत। मिथ्या मोह बंदे नित पारच। माधवे भज दिन नित रैणी, जन्म पदारथ जीत हर शरणी। रहाओ करत विकार दो कर झारत। राम रतन रिद तिल नहीं धारत। भरण पोखण संग औद बिहाणी, जय जगदीश की गत नहीं जानी। शरण समरथ अगोचर स्वामी, उधर नानक प्रभ अंतर जामी। शरण समरथ अगोचर स्वामी, उधर नानक प्रभ अंतर जामी। वाहिगुरु जी का खालसा, वाहिगुरु जी की फतेह। जुग हो जुग अटल, तन तन साहिब श्री गुरु ग्रंथ साहिब महाराज जी की पावन हजूरी अंदर जड़ बैठी अति सत्कारयोग साध संगत जीओ। वड्डियां भागां वाले हो, रोजाना अंमृत वेले अपने रजेविਆਂ ਵਿੱਚੋਂ ਕੁਝ ਸਮਾਂ ਕੱਢ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠ ਕੇ ਅੰਮ੍ਰਿਤ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰਕੇ ਆਪਣੇ ਇਸ ਮਨੁੱਖਾ ਜਨਮ ਨੂੰ ਸਫਲਾ ਕਰਨ ਦਾ ਉਪਰਾਲਾ ਉਦਮ ਕਰ ਰਹੇ ਹੋ। ਅੱਜ ਵੀ ਸਤਿਗੁਰਾਂ ਬਖਸ਼ਿਸ਼ ਕੀਤੀ ਸੁਭਾਗ ਸਮਾਂ ਗੁਰੂ ਦੀ ਮਿਹਰ ਸਦਕਾ ਸਤ ਸੰਗਤ ਵਿੱਚ ਜੁੜਨ ਦਾ ਨਸੀਬ ਹੋਇਆ। ਅੱਜ ਇਸ ਪਾਵਨ ਅਸਥਾਨ 'ਤੇ ਅੰਮ੍ਰਿਤ ਵੇਲੇ ਮੇਰੇ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਪ੍ਰਕਾਸ਼ਮਾਨ ਹੋ ਕੇ ਜੋ ਸਾਨੂੰ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕੀਤੀ ਹੈ, ਉਹ ਪਾਵਨ ਹੁਕਮ ਧੰਨ ਗੁਰੂ ਅਰਜਨ ਦੇਵ ਮਹਾਰਾਜ, ਦੀਨ ਦੁਨੀਆ ਦੇ ਮਾਲਕ ਸੱਚੇ ਪਾਤਸ਼ਾਹ, ਉਹਨਾਂ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਇਹ ਪਾਵਨ ਸ਼ਬਦ ਰਾਗ ਸੂਹੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 743 ਅਤੇ 44 ਅੰਗ 'ਤੇ ਸੁਭਾਏਮਾਨ। ਇੱਕ ਤੇ ਹੁਕਮਨਾਮੇ ਦੀ ਵਿਆਖਿਆ, ਦੂਸਰਾ ਅੱਜ ਮੱਘਰ ਦਾ ਮਹੀਨਾ ਆਰੰਭ ਹੋਇਆ। ਮੈਂ ਕੋਸ਼ਿਸ਼ ਕਰਾਂਗਾ ਹੁਕਮਨਾਮੇ ਦੇ ਵੀ ਅਰਥ ਕਰਕੇ ਅਤੇ ਇਸ ਮਹੀਨੇ ਦੇ, ਕਿਉਂਕਿ ਤੁਸੀਂ ਅੰਮ੍ਰਿਤ ਵੇਲੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ, ਇਸ ਮਹੀਨੇ ਦੇ ਵਿੱਚ ਵੀ ਜੋ ਮਹਾਰਾਜ ਜੀ ਨੇ ਸਾਨੂੰ ਆਲਾ ਉਪਦੇਸ਼ ਬਖਸ਼ਿਸ਼ ਕੀਤਾ, ਸਮੇਂ ਵਿੱਚ ਰਹਿ ਕੇ ਉਹਦੇ ਵੀ ਅੱਖਰੀ ਅਰਥ ਜ਼ਰੂਰ ਆਪ ਸੰਗਤਾਂ ਨਾਲ ਮੈਂ ਸਾਂਝੇ ਕਰਾਂਗਾ। ਆਓ ਇੱਕ ਵਾਰੀ
ਸ਼ਬਦ ਦੀ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਜਿਤਨੇ ਸਤਿਗੁਰਾਂ ਦੀ ਪਾਵਨ ਗੋਦ ਵਿੱਚ ਜੁੜ ਬੈਠੇ ਹੋ, ਭਾਵੇਂ ਤੁਸੀਂ ਘਰਾਂ ਵਿੱਚ ਲਾਈਵ ਸਰਵਣ ਕਰ ਰਹੇ ਹੋ, ਇੱਕ ਵਾਰੀ ਮਨ ਬਿਰਤੀਆਂ ਜ਼ਰੂਰ ਇਕਾਗਰ ਕਰ ਲਈਏ। ਰਸਨਾ ਦੀ ਪਵਿੱਤਰਤਾ ਵਾਸਤੇ, ਮਨ ਦੀ ਇਕਾਗਰਤਾ ਵਾਸਤੇ ਇੱਕ ਵਾਰੀ ਕਰੋ ਕਿਰਪਾ, ਦਿਓ ਅਸੀਸ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਫਿਰ ਬਖਸ਼ਿਸ਼ ਕਰੋ ਤੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਗੁਰਾਂ ਨੇ ਇਸ ਪਾਵਨ ਸ਼ਬਦ ਦੀ ਆਰੰਭਤਾ ਇੱਥੋਂ ਕੀਤੀ ਹੈ, ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਬਹਿਤੀ ਜਾਤ ਦੇ ਅਰਥ ਨੇ ਵਹਿੰਦੇ ਜਾਣਾ। ਜਿਵੇਂ ਤੁਸੀਂ ਨਦੀ ਵੇਖਦੇ ਹੋ, ਨਹੀਂ ਨਦੀ ਵਹਿ ਰਹੀ, ਦਰਿਆਵਾਂ ਦੇ ਵਹਿਣ ਵਹਿ ਰਹੇ ਨੇ, ਨਹਿਰਾਂ ਵਹਿ ਰਹੀਆਂ ਨੇ, ਚੱਲਣਾ ਭਾਵ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਜਣਾ ਵੇਖ ਜਿਵੇਂ ਨਦੀ ਦਾ ਵਹਿਣ ਰੁਕਦਾ ਨਹੀਂ, ਦਰਿਆਵਾਂ ਦੇ ਵਹਿਣ ਰੁਕਦੇ ਨਹੀਂ, ਇਸੇ ਤਰ੍ਹਾਂ ਤੇਰੀ ਉਮਰ ਰੂਪੀ ਨਦੀ ਜਿਹੜੀ ਹੈ ਨਾ, ਇਹਦਾ ਵੀ ਵਹਿਣ ਰੁਕ ਨਹੀਂ ਰਿਹਾ, ਚੱਲੀ ਜਾ ਰਹੀ। ਇੱਕ ਦਿਨ ਚਲਦਿਆਂ ਚਲਦਿਆਂ ਇਸ ਉਮਰ ਰੂਪੀ ਨਦੀ ਨੇ ਸਮਾਪਤ ਹੋ ਜਾਣਾ, ਖਤਮ ਹੋ ਜਾਣਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਮੈਂ ਸਾਂਝੇ ਕਰਾ ਦਿਆਂ, ਕਿਉਂਕਿ ਸਾਡਾ ਆਹ ਜਿਹੜਾ ਦਿਨ ਇੱਕ ਚੜ੍ਹਿਆ ਨਾ, ਇਹ ਸ਼ਾਮ ਤੱਕ ਇੱਕ ਦਿਨ ਸਮਾਪਤ ਹੋ ਜਾਣਾ ਅਤੇ ਸਾਡੀ ਜ਼ਿੰਦਗੀ ਵਿੱਚੋਂ ਵੀ ਇੱਕ ਦਿਨ ਖੱਟ ਜਾਣਾ, ਲੰਘ ਜਾਣਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਬੋਲ ਨੇ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਔਦ ਘਟੇ। ਔਦ ਦੇ ਅਰਥ ਹੁੰਦਾ ਹੈ ਉਮਰ, ਘਟੇ ਦੇ ਅਰਥ ਨੇ ਘਟ ਰਹੀ, ਇੱਕ ਇੱਕ ਦਿਨ ਕਰਕੇ, ਇੱਕ ਇੱਕ ਮਹੀਨਾ ਕਰਕੇ, ਇੱਕ ਇੱਕ ਸਾਲ ਕਰਕੇ। ਔਦ ਘਟੇ ਦਿਨ ਸੋ ਰਹਿਣਾ ਰੇ, ਮਨ ਗੁਰ ਮਿਲ ਕਾਜ ਸਵਾਰੇ। ਉਹ ਬੰਦਿਆ, ਉਮਰ ਇੱਕ ਇੱਕ ਦਿਨ ਕਰ ਕਰਕੇ, ਇੱਕ ਇੱਕ ਸਾਲ ਕਰ ਕਰਕੇ ਘਟ ਰਹੀ ਹੈ। ਕਹਿਣ ਲੱਗੇ ਇੱਕ ਦਿਨ ਇਹਨੇ ਸਾਰੀ ਘਟ ਜਾਣਾ, ਸਮਾਪਤ ਹੋ ਜਾਣਾ, ਤੇਰਾ ਸੰਸਾਰ ਦੇ ਵਿੱਚੋਂ ਅਕਾਲ ਚਲਾਣਾ ਹੋ ਜਾਣਾ। ਉਹ ਸਜਣਾ, ਜਿਸ ਕਾਰਜ ਨੂੰ ਕਰਨ ਵਾਸਤੇ ਆਇਆ ਉਸ ਕਾਰਜ ਵੱਲ ਧਿਆਨ ਦੇ। ਉਹ ਕਾਰਜ ਕਿਹੜਾ ਸੀ? ਉਹ ਕਾਰਜ ਸੀ ਭਈ ਪ੍ਰਾਪਤ ਮਾਨੁਖ ਦਿਹੋਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੇ ਨਾ ਕਾਮ। ਤੇ ਕੀ ਕਰਿਆ ਕਰ? ਕਿਹੜਾ ਕਾਰਜ? ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਭਵਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾ। ਜਪ ਤਪ ਸੰਜਮ ਧਰਮ ਨਾ ਕਮਾਇਆ। ਇਸ ਵਾਸਤੇ ਧਿਆਨ ਨਹੀਂ ਦਿੱਤਾ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ। ਕਹੋ ਨਾਨਕ ਹਮ ਨੀਚ ਕਰਮਾ, ਸ਼ਰਨ ਪਰੇ ਕੀ ਰਾਖੋ ਸ਼ਰਮ। ਉਮਰ ਸਾਡੀ ਘਟਦੀ ਜਾ ਰਹੀ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਭਗਤ ਰਵਿਦਾਸ ਜੀ ਦਾ ਇੱਕ ਸ਼ਬਦ ਤੁਸੀਂ ਪੜ੍ਹਦੇ ਹੋ। ਪਿਛਲੇ ਹਫ਼ਤੇ ਹੁਕਮਨਾਮਿਆਂ ਦੇ ਵਿੱਚ ਉਹ ਬਖਸ਼ਿਸ਼ ਕੀਤੀ ਸੀ, ਆਇਆ ਸੀ ਹੁਕਮਨਾਮਾ। ਉਹਦੇ ਵਿੱਚ ਵੀ ਰਵਿਦਾਸ ਸਾਹਿਬ ਨੇ ਇਹਦਾ ਹੀ ਜ਼ਿਕਰ ਕੀਤਾ ਹੈ, ਜੋ ਦਿਨ ਆਵੈ ਸੋ ਦਿਨ ਜਾਹੀ, ਕਰਨਾ ਕੂਚ ਰਹਿਣ ਥਿਰ ਨਾਹੀ। ਸੰਗ ਚਲਤ ਹੈ ਹਮ ਵੀ ਚਲਣਾ, ਦੂਰ ਗਵਨ ਸ੍ਰੀ ਉਪਰ। ਭਗਤ ਰਵਿਦਾਸ ਜੀ ਮਾਨੋ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਫਿਰ ਉਹ ਬਚਨ ਦੁਹਰਾ ਰਹੇ, ਬੰਦਿਆ ਦਿਨ ਚੜ੍ਹਿਆ ਸਮਾਪਤ ਹੋ ਜਾਣ, ਇੱਕ ਦਿਨ ਜ਼ਿੰਦਗੀ ਦਾ ਵੀ ਤੇਰਾ ਘਟ ਗਿਆ। ਇਸੇ ਕਰਕੇ ਕਬੀਰ ਸਾਹਿਬ ਨੇ ਬਚਨ ਕਿਹਾ ਸੀ, ਜਨਨੀ ਜਾਣਤ ਸੁਤ ਬੜਾ ਹੋਤ ਹੈ। ਵੇਖੋ ਇਹ ਸਾਡੀ ਬੇਸਮਝੀ ਹੈ ਨਾ, ਸਾਨੂੰ ਪਤਾ ਨਹੀਂ ਲੱਗ ਰਿਹਾ। ਕਬੀਰ ਸਾਹਿਬ ਕਹਿਣ ਲੱਗੇ, ਇੱਕ ਮਾਂ ਨੇ ਆਪਣੇ ਬੱਚੇ ਨੂੰ ਜਨਮ ਦਿੱਤਾ ਤੇ ਜਨਮ ਦੇ ਕੇ ਬਹੁਤ ਪ੍ਰਸੰਨ ਹੋ ਰਹੀ। ਤੇ ਪ੍ਰਸੰਨ ਹੋਣਾ ਵੀ ਬਣਦਾ, ਕਿਉਂਕਿ ਪ੍ਰਮਾਤਮਾ ਨੇ ਗੋਦ ਹਰੀ ਕੀਤੀ, ਪੁੱਤਰ ਦੀ ਦਾਤ ਬਖਸ਼ਿਸ਼ ਕੀਤੀ। ਪਰ ਕਹਿਣ ਲੱਗੇ ਵਿਚਾਰੀ ਮਾਂ ਨੂੰ ਇਹ ਸਮਝ ਨਹੀਂ ਆਉਂਦਾ। ਉਹ ਕਹਿੰਦੀ ਵੀ ਮੇਰਾ ਪੁੱਤਰ ਵੱਡਾ ਹੋ ਰਿਹਾ, 1 ਸਾਲ ਦਾ ਹੋ ਗਿਆ, 2 ਸਾਲ ਦਾ ਹੋ ਗਿਆ, 5 ਸਾਲ ਦਾ ਹੋ ਗਿਆ, ਪੁੱਤਰ ਮੇਰਾ ਵੱਡਾ ਹੋ ਰਿਹਾ। ਪਰ ਕਬੀਰ ਸਾਹਿਬ ਨੇ ਵੇਖੋ ਕਿੱਥੋਂ ਗੱਲ ਪਕੜ ਕੇ ਸਾਨੂੰ ਸਮਝਾਇਆ। ਉਹ ਕਹਿਣ ਲੱਗੇ ਅਸਲ ਦੇ ਵਿੱਚ ਮਾਂ ਤੈਨੂੰ ਪਤਾ ਨਹੀਂ, ਪੁੱਤਰ ਵੱਡਾ ਨਹੀਂ ਹੋ ਰਿਹਾ, ਛੋਟਾ ਹੋ ਰਿਹਾ। ਪੁੱਛਿਆ ਜੀ ਕਿਵੇਂ ਛੋਟਾ ਹੋ ਰਿਹਾ? 1 ਸਾਲ ਦਾ ਸੀ, 2 ਸਾਲ ਦਾ ਹੋ ਗਿਆ, ਵੱਡਾ ਹੀ ਹੋ ਗਿਆ। 2 ਸਾਲ ਦਾ ਸੀ, ਅੱਜ 5 ਸਾਲ ਦਾ ਹੋ ਗਿਆ, ਵੱਡਾ ਹੀ ਹੋ ਗਿਆ ਨਾ, ਦਿਨ ਦਿਨ ਵੱਡਾ ਹੋ ਰਿਹਾ। ਪਰ ਕਬੀਰ ਸਾਹਿਬ ਕਹਿਣ ਲੱਗੇ, ਨਹੀਂ ਮਾਂ ਤੇਰੀ ਨਜ਼ਰ ਦੇ ਵਿੱਚ ਵੱਡਾ ਹੋ ਰਿਹਾ, ਸਾਨੂੰ ਪੁੱਛ ਕੇ ਵੇਖ ਛੋਟਾ ਹੋ ਰਿਹਾ। ਪੁੱਛਿਆ ਛੋਟਾ ਕਿਵੇਂ ਹੋ ਰਿਹਾ? ਕਹਿਣ ਲੱਗੇ ਜੇ ਤੇਰਾ ਬੱਚਾ 70 ਸਾਲ ਉਮਰ ਲਿਖਾ ਕੇ ਲੈ ਕੇ ਆਇਆ ਨਾ ਰੱਬ ਦੇ ਘਰ ਦੇ ਵਿੱਚ, ਸੱਚ ਜਾਣੀ ਜੇ 5 ਸਾਲ ਦਾ ਹੋ ਗਿਆ ਤੇ 65 ਸਾਲ ਦਾ ਰਹੇਗਾ। ਜੇ ਬੱਚਾ 80 ਵਰੇ ਉਮਰ ਲਿਖਾ ਕੇ ਲਿਆ, ਜੇ 10 ਸਾਲ ਦਾ ਹੋ ਗਿਆ ਤੇ 70 ਸਾਲ ਹੀ ਦੇ ਰਹੇਗਾ।
ਪਰ ਇਹ ਸਾਨੂੰ ਸਮਝ ਨਹੀਂ ਆਉਂਦੀ। ਭਾਵ ਕਹਿਣ ਦਾ ਵੀ ਇੱਕ ਇੱਕ ਦਿਨ ਨਹੀਂ ਘਟ ਰਿਹਾ, ਸਾਡੀ ਉਮਰ ਘਟ ਰਹੀ। ਉਹ ਵੀ ਭਗਤ ਕਬੀਰ ਸਾਹਿਬ ਨੇ ਬਾਣੀ ਵਿੱਚ ਬਚਨ ਕਹਿੰਦੇ, ਜਨਨੀ ਜਾਣਤ ਸੁਤ ਬੜਾ ਹੋਤ ਹੈ, ਇਤਨਾ ਕੋ ਨਾ ਜਾਣੇ ਜੋ ਦਿਨ ਦਿਨ ਅਵਧ ਘਟਦਾ। ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਬੰਦਿਆ ਕੋਈ ਗੱਲ ਨਹੀਂ, ਦਿਨ ਆਇਆ ਨੇ ਨਿਕਲ ਜਾਣਾ। ਦਿਨ ਤੇ ਪਹਿਰ, ਪਹਿਰ ਤੇ ਘਰੀਆ, ਆਪ ਘਟੇ ਤਨ ਸੀਜੈ, ਕਾਲ ਇਹ ਰੀ ਫਿਰੇ ਬਦਕ ਜੋ ਕਹੋ ਕਵਨ ਬਿਦਕੀ। ਕਹਿਣ ਲੱਗੇ ਕੋਈ ਗੱਲ ਨਹੀਂ, ਦਿਨ ਘਟਣ ਦੇ, ਲੰਘਣ ਦੇ ਦਿਨ, ਸਾਲ ਲੰਘਣ ਦੇ, ਇਹਨਾਂ ਤੇ ਲੰਘੀ ਜਾਣਾ, ਸਮਾਂ ਰੁਕਦਾ ਨਹੀਂ ਨਾ, ਆਪਣੀ ਚਾਲ ਚੱਲੀ ਜਾਂਦਾ। ਮਹਾਰਾਜ ਕਹਿਣ ਲੱਗੇ ਕੋਈ ਗੱਲ ਨਹੀਂ, ਚੱਲੀ ਜਾਣ ਦੇ, ਤੂੰ ਘਬਰਾ ਨਾ, ਪਰ ਜਿਹੜਾ ਤੈਨੂੰ ਅਸੀਂ ਕੰਮ ਕਹਿ ਰਹੇ ਨੇ ਉਹ ਕਰ ਤੂੰ। ਪੁੱਛਿਆ ਜੀ ਉਹ ਕੰਮ ਕਿਹੜਾ ਹੈ? ਉਹ ਫਿਰ ਰਹਾਉ ਦੀ ਪੰਕਤੀ ਵਿੱਚ ਮਹਾਰਾਜ ਜੀ ਨੇ ਜ਼ਿਕਰ ਕੀਤਾ ਜੀ, ਕਿਹੜਾ ਕੰਮ ਕਰਨਾ? ਮਾਧਵੇ ਭਜ ਦਿਨ ਨਿਤ ਰੈਣੀ। ਮਾਧਵੇ ਦੇ ਅਰਥ ਨੇ ਮਾਇਆ ਦਾ ਪਤੀ। ਮਾਇਆ ਦਾ ਪਤੀ ਤੋਂ ਭਾਵ ਹੈ ਪਰਮਾਤਮਾ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹ ਜਿਹੜਾ ਪਰਮਾਤਮਾ ਹੈ ਨਾ, ਭਜ, ਉਹਨੂੰ ਭਜ, ਭਜ ਦੇ ਅਰਥ ਹੁੰਦੇ ਨੇ ਉਹਨੂੰ ਜਪ, ਉਹਦਾ ਨਾਮ ਜਪਿਆ ਕਰ, ਉਹਨੂੰ ਸਿਮਰਿਆ ਕਰ। ਪੁੱਛਿਆ ਜੀ ਕਿੰਨਾ ਕੁ ਚਿਰ ਸਿਮਰਾਂ? ਮਹਾਰਾਜ ਕਹਿਣ ਲੱਗੇ, ਜੇ ਦਿਨ ਵੇਲੇ ਸਮਾਂ ਮਿਲਦੇ ਤੇ ਦਿਨ ਵੇਲੇ ਵਾਹਿਗੁਰੂ ਵਾਹਿਗੁਰੂ ਜਪੀ ਜਾਏ। ਜੇ ਕਿਤੇ ਰਾਤ ਨੂੰ ਤੂੰ ਆਣ ਕੇ ਕੰਮ ਕਾਰ ਤੋਂ ਟਿਕਿਆ, ਰਾਤ ਨੂੰ ਸੌਣ ਲੱਗਿਆ ਵਾਹਿਗੁਰੂ ਵਾਹਿਗੁਰੂ ਜੀ, ਕੋਈ ਸਮਾਂ ਨਾ ਡੀਕ ਵੀ ਇਸ ਸਮੇਂ ਹਾਂ। ਵੈਸੇ ਅਸੀਂ ਤੇ ਇੱਕ ਨੇਮ ਬਣਾ ਲਿਆ ਵੀ ਚਲੋ ਸੰਗਰਾਂਦ ਵਾਲੇ ਦਿਨ ਗੁਰਦੁਆਰੇ ਜਾਣਾ, ਉਦਣ ਹੀ ਵਾਹਿਗੁਰੂ ਦਾ ਨਾਮ ਸੁਣਨਾ। ਨਵਾਂ ਸਾਲ ਆਉਣਾ, ਉਦਣ ਹੀ ਜਾਵਾਂਗੇ, ਸਾਰਾ ਸਾਲ ਸੁਖਨ ਲੰਘ। ਕੋਈ ਸ਼ੱਕ ਨਹੀਂ ਗੁਰਮੁਖੋ, ਜਿਹੜਾ ਸਮਾਂ ਵੀ ਆਈਏ ਗੁਰੂ ਦੀ ਹਜ਼ੂਰੀ ਵਿੱਚ, ਉਹ ਹੀ ਸਮਾਂ ਸਾਡੇ ਵਾਸਤੇ ਸਫਲਾ ਜੀ, ਚੰਗਾ ਜੀ। ਪਰ ਅਸੀਂ ਨੇਮ ਕਿਉਂ ਨਾ ਬਣਾ ਲਈਏ? ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਇੱਕ ਦਿਨ ਨਹੀਂ ਜਪਣਾ, 2 ਦਿਨ ਨਹੀਂ ਜਪਣਾ, ਦਿਨੇ ਵੀ ਵਾਹਿਗੁਰੂ ਵਾਹਿਗੁਰੂ, ਜਦੋਂ ਸਮਾਂ ਮਿਲੇ ਗੁ ਜਪਦਾ ਰਿਹਾ, ਰਾਤ ਨੂੰ ਸਮਾਂ ਮਿਲੇ ਜਪਦਾ ਰਿਹਾ। ਇਹ ਜਪਣਾ ਹੀ ਤੇਰੀ ਜ਼ਿੰਦਗੀ ਦਾ ਏਮ ਹੈ, ਨਾਮ ਜਪਣਾ ਹੀ ਤੇਰੀ ਜ਼ਿੰਦਗੀ ਦਾ ਮਕਸਦ ਹੈ। ਬਸ ਜਪੇਗਾ, ਤੇਰਾ ਸੰਸਾਰ ਵਿੱਚ ਆਉਣਾ ਸਫਲਾ ਹੋ ਜਾਏ। ਮਾਧਵੇ ਭਜ ਦਿਨ ਨਿਤ ਰੈਣੀ। ਦਿਨ ਵੇਲੇ ਮਾਧਵੇ ਮਾਇਆ ਦੇ ਪਤੀ ਪ੍ਰਮਾਤਮਾ ਨੂੰ ਜਪੀ ਜਾਇਆ, ਰਾਤ ਵੇਲੇ ਸੌਣ ਵੇਲੇ ਸਮਾਂ ਮਿਲਦਾ ਉਦੋਂ ਜਪੀ ਜਾਇਆ ਕਰ। ਜਨਮ ਪਦਾਰਥ ਜੀਤ ਹਰ ਸ਼ਰਣੀ। ਕਹਿਣ ਲੱਗੇ ਜਿਹੜਾ ਪਰਮਾਤਮਾ ਨੇ ਤੈਨੂੰ ਮਨੁੱਖਾ ਜਨਮ ਦਾ ਪਦਾਰਥ ਦਿੱਤਾ, ਪਦਾਰਥ ਭਾਵ ਦਾਤ ਦਿੱਤੀ, ਆ ਮਨੁੱਖਾ ਜਨਮ ਵੀ ਬੜੀ ਵੱਡੀ ਦਾਤ ਜੀ। ਅਸੀਂ ਤੇ ਸਮਝਦੇ ਨਾ ਵੀ ਪੁੱਤਰ ਮਿਲ ਗਿਆ ਉਹ ਦਾਤ, ਸੋਹਣਾ ਘਰ ਮਿਲ ਗਿਆ ਉਹ ਦਾਤ। ਨਹੀਂ ਗੁਰਮੁਖੋ, ਉਹ ਵੀ ਦਾਤਾਂ ਨੇ, ਪਰ ਮਨੁੱਖਾ ਜਨਮ ਮਿਲ ਜਾਣਾ ਵੀ ਬੜੀ ਵੱਡੀ ਪਰਮਾਤਮਾ ਦੀ ਦਾਤ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਵਿੱਚ ਇਸੇ ਕਰਕੇ ਸਤਿਗੁਰਾਂ ਨੇ ਜ਼ਿਕਰ ਕੀਤਾ ਸੀ, ਤੁਮਰੀ ਕਿਰਪਾ ਤੇ ਮਾਨੁਖ ਦੇਹ ਪਾਈ। ਇਹ ਵਾਹਿਗੁਰੂ, ਤੇਰੀ ਕਿਰਪਾ ਦੇ ਨਾਲ ਮਨੁੱਖਾ ਜਨਮ ਮਿਲਿਆ। ਜੇ ਤੂੰ ਨਾ ਕਿਰਪਾ ਕਰਦਾ ਤੇ ਹੋ ਸਕਦਾ ਕਿਤੇ ਮੈਂ ਪਸ਼ੂ ਬਣਿਆ ਹੁੰਦਾ। ਜੇ ਤੂੰ ਦਾਤੇ ਕਿਰਪਾ ਨਾ ਕਰਦਾ ਤੇ ਹੋ ਸਕਦਾ ਕਿਤੇ ਮੈਂ ਕੀੜਾ ਮਕੌੜਾ ਬਣ ਕੇ ਧਰਤੀ ਤੇ ਰੇਂਗਦਾ ਹੁੰਦਾ। ਇਹ ਤੇਰੀ ਕਿਰਪਾ ਹੀ ਹੋਈ ਮੇਰੇ ਤੇ, ਤੂੰ ਮੈਨੂੰ 84 ਦਾ ਸਰਦਾਰ ਬਣਾ ਦਿੱਤਾ। ਤੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਜਣਾ ਜੇ ਰੱਬ ਨੇ 84 ਦਾ ਸਰਦਾਰ ਬਣਾਇਆ, ਤੈਨੂੰ ਸੋਹਣੀ ਜੂਨ ਦਿੱਤੀ, ਮਨੁੱਖਾ ਜਨਮ ਦਿੱਤਾ, ਤੇ ਇੱਕੋ ਇੱਕ ਮਨੁੱਖਾ ਜਨਮ ਦੇ ਜਿਹਦੇ ਵਿੱਚ ਤੁਸੀਂ ਸਤਨਾਮ ਵਾਹਿਗੁਰੂ ਜਪ ਸਕਦੇ। ਪਸ਼ੂ ਨੇ ਵਿਚਾਰਾ ਜਪ ਸਕਦਾ, ਪੰਛੀ ਨਹੀਂ ਜਪ ਸਕਦਾ, ਕੀੜੇ ਮਕੌੜੇ ਨਹੀਂ ਜਪ ਸਕਦੇ। ਕੇਵਲ ਮਨੁੱਖ ਹੈ ਜਿਹਨੂੰ ਪਰਮਾਤਮਾ ਨੇ ਬੁੱਧੀ ਬਖਸ਼ਿਸ਼ ਕੀਤੀ, ਜਿਹਨੂੰ ਪਰਮਾਤਮਾ ਨੇ ਸੋਹਣੀ ਜ਼ਬਾਨ ਦਿੱਤੀ ਜਪਣ ਵਾਸਤੇ। ਇਸ ਜ਼ਬਾਨ ਦੇ ਨਾਲ ਅਸੀਂ ਵਾਹਿਗੁਰੂ 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 ਜਪ ਸਕਦੇ। ਤੇ ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਅੱਜ ਮੁੱਖ ਵਾਕ ਵਿੱਚ ਕਹਿੰਦੇ ਪਏ, ਹੁਕਮਨਾਮੇ ਦੇ ਵਿੱਚ ਸਾਨੂੰ ਉਪਦੇਸ਼ ਦਿੰਦੇ ਪਏ ਨੇ, ਬੰਦਿਆ ਫਿਰ ਜਪ। ਜਦੋਂ ਜਪੇਗਾ ਜਨਮ ਪਦਾਰਥ, ਆ ਜਿਹੜਾ ਤੈਨੂੰ ਪਰਮਾਤਮਾ ਨੇ ਮਨੁੱਖਾ ਜਨਮ ਦਾ ਪਦਾਰਥ ਦਿੱਤਾ ਹੈ ਨਾ, ਜੀਤ ਹਰ ਸ਼ਰਣੀ, ਇਹ ਵਾਹਿਗੁਰੂ ਦੀ ਸ਼ਰਨ ਵਿੱਚ ਆਉਣ ਦੇ ਨਾਲ ਜਿੱਤ ਜਾਏਗਾ। ਮਨੁੱਖਾ ਜਨਮ ਦੀ ਬਾਜੀ ਹਾਰ ਕੇ ਨਹੀਂ ਜਾਏਗਾ। ਵੈਸੇ ਵੇਖਿਆ ਜਾਏ ਤੇ ਅੱਜ ਸਾਰਾ ਸੰਸਾਰ ਹਾਰਦਾ ਪਿਆ। ਤਾਂ ਹੀ ਮਹਾਰਾਜ ਜੀ ਨੂੰ ਬਚਨ ਕਹਿਣੇ ਪਏ ਸੀ, ਗੁਣ ਗੋਬਿੰਦ ਗਾਇਓ ਨਹੀਂ ਤੇ ਹੋਇਆ ਕੀ ਜੀ, ਜਨਮ ਅਕਾਰਥ ਕੀਨ। ਮਨੁੱਖਾ ਜਨਮ ਜਿਹੜਾ ਸੀ ਉਹ ਵਿਅਰਥ ਚਲਾ ਗਿਆ, ਹਾਰ ਕੇ ਚਲੇ ਗਏ। ਜਿੱਤ ਕੇ ਕੌਣ ਜਾਂਦਾ? ਮਹਾਰਾਜ ਜੀ ਕਹਿੰਦੇ ਨੇ, ਗੁਰਮੁਖ ਜਨਮ ਸਵਾਰ ਦਰਗਹਿ ਚੱਲਿਆ, ਸੱਚੀ ਦਰਗਹਿ ਜਾਏ ਸੱਚਾ ਪੜ ਮੱਲੇ। ਜਿਹੜੇ ਗੁਰਮੁਖ ਨੇ, ਗੁਰੂ ਵਾਲੇ ਬਣ ਕੇ ਗੁਰੂ ਦੀ ਸੰਗਤ ਕਰਦੇ ਨੇ,
ਉਹ ਆਪਣੇ ਮਨੁੱਖਾ ਜਨਮ ਦੀ ਬਾਜੀ ਨੂੰ ਜਿੱਤ ਕੇ ਜਾਂਦੇ ਨੇ। ਜਿਹੜੇ ਮਨਮੁਖ ਬੰਦੇ ਨੇ ਉਹ ਹਾਰ ਕੇ ਜਾਂਦੇ ਨੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਜਪਿਆ ਕਰ, ਕਿਉਂਕਿ ਤੇਰੇ ਕੋਲ ਸਮਾਂ ਬੜਾ ਥੋੜ੍ਹਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਅੱਜ ਜਿਵੇਂ ਨਦੀ ਵਹਿ ਰਹੀ ਹੈ ਨਾ, ਇਸੇ ਤਰ੍ਹਾਂ ਤੇਰੀ ਨਦੀ ਵੀ, ਉਮਰ ਰੂਪੀ ਨਦੀ ਵੀ ਵਹਿ ਰਹੀ। ਮਸਕੀਨ ਸਾਹਿਬ ਪਤਾ ਕੀ ਕਹਿੰਦੇ? ਉਹ ਕਹਿੰਦੇ ਅੱਜ ਕਿਤੇ ਬੰਦਿਆਂ ਨੂੰ ਵੇਖੋ, ਅੱਜ ਜਦੋਂ ਸੱਥ ਦੇ ਵਿੱਚ ਵੇਖਦੇ ਨਾ, ਪਿੰਡ ਦੇ ਬਾਰ-ਬਾਰ ਬਜ਼ੁਰਗ ਇਕੱਠੇ ਹੋ ਕੇ, ਨੌਜਵਾਨ ਇਕੱਠੇ ਹੋ ਕੇ ਬਹਿ ਜਾਂਦੇ ਤੇ ਪੁੱਛਿਆ ਜੀ ਕੀ ਕਰਦੇ ਹੋ? ਉਹ ਕਹਿਣ ਲੱਗੇ ਵੀ ਸਮਾਂ ਪਾਸ ਕਰਦੇ ਪਏ। ਸਮਾਂ ਹੀ ਨਹੀਂ ਪਾਸ ਹੁੰਦਾ। ਤੇ ਮਸਕੀਨ ਸਾਹਿਬ ਕਹਿੰਦੇ ਸੀ ਭਲਿਆ ਸਮਾਂ ਪਾਸ ਨਾ ਕਰਿਆ ਕਰ, ਸਮੇਂ ਨੂੰ ਸਫਲਾ ਕਰਿਆ। ਸਮਾਂ ਪਾਸ ਕਰਨਾ ਤੇ ਅਸੀਂ ਚਾਰ ਬੰਦਿਆਂ ਦੇ ਵਿੱਚ ਬਹਿ ਕੇ ਕਦੀ ਕਿਸੇ ਦੀ ਚੁਗਲੀ ਕਰ ਲਈ, ਕਦੀ ਕਿਸੇ ਨੂੰ ਮੰਦਾ ਕਹਿ ਦਿੱਤਾ, ਕਦੀ ਦੁਨੀਆ ਦੀਆਂ ਗੱਲਾਂ ਬਾਤਾਂ ਕਰ ਕਰਕੇ ਅਸੀਂ ਆਨੇ 2 ਘੰਟੇ ਪਤਾ ਨਹੀਂ ਕਿਹੜੇ ਵੇਲੇ ਲੰਘ ਗਿਆ, ਸਮਾਂ ਪਾਸ ਕਰ ਰਹੇ ਹਾਂ ਜੀ। ਮਸਕੀਨ ਸਾਹਿਬ ਕਹਿਣ ਲੱਗੇ ਸਮਾਂ ਹੈ ਕਿਹੜਾ ਤੇਰੇ ਕੋਲ? ਪਤਾ ਨਹੀਂ ਪਰਮਾਤਮਾ ਦੇ ਘਰ ਦੇ ਵਿੱਚ ਕਦੋਂ ਸਦੜਾ ਆ ਜਾਣਾ ਹੈ। ਉਸ ਸਮੇਂ ਨੂੰ ਸਫਲਿਆ ਕਰਿਆ ਕਰ। ਜੇ ਸਮਾਂ ਮਿਲਿਆ ਤੈਨੂੰ ਤੇ ਸੱਥ ਵਿੱਚ ਬਹਿ ਕੇ ਉਹ ਗੱਪਾਂ ਜੂ ਮਾਰੀ ਜਾਣਾ ਹੈ, ਉਹਨਾਂ ਸਮਾਂ ਬਹਿ ਕੇ ਹੱਥ ਵਿੱਚ ਗੁਟਕਾ ਲੈ ਕੇ ਤੇ ਸੁਖਮਣੀ ਸਾਹਿਬ ਦਾ ਜਾਪ ਕਿਉਂ ਨਹੀਂ ਕਰ ਲੈਂਦੇ? ਕਿਤੇ ਜਪਜੀ ਸਾਹਿਬ ਦਾ ਪਾਠ ਕਿਉਂ ਨਹੀਂ ਕਰ ਲੈਂਦੇ? ਜੇ ਨਹੀਂ ਗੁਰਮੁਖੀ ਪੜ੍ਹਨੀ ਆਉਂਦੀ, ਜੇ ਨਹੀਂ ਜਪਜੀ ਸਾਹਿਬ ਦਾ ਪਾਠ ਕਰ ਸਕਦਾ, ਨਹੀਂ ਸੁਖਮਣੀ ਸਾਹਿਬ ਦਾ ਪਾਠ ਕਰ ਸਕਦਾ, ਉਹ ਬਾਹਰ ਬੈਠਿਆ ਝੂਠ ਤੇ ਝੂਠ ਬੋਲੀ ਜਾਂਦਾ, ਨਿੰਦਿਆ ਕਰੀ ਜਾਂਦਾ। ਜੇ ਕੁਝ ਨਹੀਂ ਕਰ ਸਕਦਾ, ਘਰ ਵਿੱਚ ਬੈਠ ਕੇ ਘੱਟੋ ਘੱਟ ਵਾਹਿਗੁਰੂ ਵਾਹਿਗੁਰੂ ਜਪ ਲਿਆ ਕਰ। ਜੇ ਨਹੀਂ ਗੁਰਮੁਖੀ ਪੜ੍ਹ ਸਕਦਾ, ਜਨਮ ਨੂੰ ਅਸੀਂ ਵਿਅਰਥ ਨਹੀਂ ਜਾਣ ਦੇਣਾ। ਸਮਾਂ ਪਾਸ ਨਹੀਂ ਕਰਨਾ, ਸਮੇਂ ਨੂੰ ਸਫਲਾ ਕਰਨਾ। ਤੇ ਸਫਲਾ ਉਹ ਕਰਦਾ ਜੇ ਜਿਹੜਾ ਗੁਰੂ ਵਾਲਾ ਬਣ ਕੇ ਵਾਹਿਗੁਰੂ ਦਾ ਨਾਮ ਜਪਦਾ। ਬਹਿਤੀ ਜਾਤ ਕਦੇ ਦ੍ਰਿਸ਼ਟ ਨਾ ਧਾਰਤ। ਬੰਦੇ ਝਾਤੀ ਮਾਰ, ਤੇਰੇ ਹੱਥੋਂ ਸਮਾਂ ਨਿਕਲਦਾ ਜਾ ਰਿਹਾ, ਉਮਰ ਨਿਕਲਦੀ ਜਾ ਰਹੀ। ਮਿਥਿਆ ਮੋਹ ਬੰਦੇ ਨਿਤ ਪਾਰ। ਤੂੰ ਨਿਤ ਦੁਨੀਆ ਦੇ ਉਹ ਜਿਹੜੇ ਪਦਾਰਥ ਨੇ ਨਾ, ਮਿਥਿਆ ਦੇ ਅਰਥ ਨੇ ਝੂਠੇ, ਨਾਸ਼ਵੰਤ, ਖਤਮ ਹੋਣ ਵਾਲੇ ਪਦਾਰਥ ਜਿਹੜੇ ਨੇ ਨਾ, ਬਸ ਉਹਨਾਂ ਦੇ ਬੰਨ ਨੂੰ ਹੀ ਬੰਨਦਾ ਰਹਿਣਾ, ਉਹਨਾਂ ਦੀਆਂ ਸੋਚਾਂ ਹੀ ਸੋਚਦਾ ਰਹਿਣਾ। ਕਹਿਣ ਲੱਗੇ ਛੱਡ ਉਹਨਾਂ ਦੁਨੀਆ ਦੇ ਪਦਾਰਥਾਂ ਨੂੰ, ਉਹਨਾਂ ਨੂੰ ਤੇ ਖਤਮ ਹੁੰਦਿਆਂ ਸਮਾਂ ਨਹੀਂ ਲੱਗਣਾ। ਧਨ ਜੋਬਨ ਅਰ ਫੁੱਲੜਾ ਨਾਠੀ ਅੜੇ ਦਿਨ ਚਾ। ਹਰ ਜਸ ਰੇ ਮਨਾ ਗਾਇ ਲੈ ਜੋ ਸੰਗੀ ਹੈ, ਤੇਰੋ ਅਵਸਰ ਬੀਤਿਓ ਜਾਤ ਹੈ ਕਹਿਓ ਮਾਨ ਲੈ। ਮੇਰੋ ਸੰਪਤ ਰਥ ਧਨ ਰਾਜ ਸਿਉ। ਇਹ ਸਾਰੇ ਨਾਸ਼ਵੰਤ ਪਦਾਰਥ ਖਤਮ ਹੋਣ ਵਾਲੇ। ਸੰਪਤ ਰਥ ਧਨ ਰਾਜ ਸਿਉ ਅਤ ਨੇਹੋ ਲਗਾਇਓ। ਕਾਲ ਫਾਸ ਜਬ ਗਲ ਪਰੀ ਸਭ ਭਇਓ ਪ੍ਰਯੋ। ਕਹਿਣ ਲੱਗੇ ਛੱਡ ਇਹਨਾਂ ਪਦਾਰਥਾਂ ਦੇ ਮੋਹ ਨੂੰ, ਪਰਮਾਤਮਾ ਦੇ ਨਾਮ ਵਿੱਚ ਆਪਣੇ ਆਪ ਨੂੰ ਜੋੜ। ਕਰਤ ਵਿਕਾਰ ਦੋ ਕਰ ਚਾਰ। ਪਰ ਬੰਦੇ ਦੀ ਹਾਲਤ ਕੀ? ਸਾਰੀ ਜ਼ਿੰਦਗੀ ਵਿਕਾਰ ਭੋਗਦਿਆਂ ਕੱਢ ਦਿੱਤੇ। ਤੇ ਕਹਿਣ ਲੱਗੇ ਜਦੋਂ ਸੰਸਾਰ ਵਿੱਚੋਂ ਜਾਂਦਾ, ਦੋਨੇ ਹੱਥ ਝਾੜ ਕੇ ਖਾਲੀ ਹੱਥ ਚਲਾ ਜਾਂਦਾ। ਕਰਤ ਵਿਕਾਰ ਦੋ ਕਰ ਝਾਰਤ, ਰਾਮ ਰਤਨ ਰਿਦ ਤਿਲ ਨਹੀਂ ਤਾਰ। ਤੂੰ ਕਦੀ ਵੀ ਬੰਦੇ ਨੇ ਕਿਤੇ ਪਰਮਾਤਮਾ ਦੇ ਨਾਮ ਨੂੰ ਹਿਰਦੇ ਵਿੱਚ ਨਹੀਂ ਵਸਾਇਆ। ਦੁਨੀਆ ਦੇ ਪਦਾਰਥਾਂ ਦੇ ਪਿੱਛੇ ਲੱਗ ਕੇ ਸਾਰੀ ਉਮਰ ਕੱਢ ਦਿੱਤੀ। ਭਰਨ ਪੋਖਣ ਸੰਗ ਔਦ ਬਿਹਾਣੀ। ਭਰਨ ਦੇ ਅਰਥ ਨੇ ਭਰ ਲੈਣਾ, ਪੋਖਣ ਦੇ ਅਰਥ ਨੇ ਪਾਲਣ ਪੋਸ਼ਣ। ਜਿਹਨੂੰ ਆਪਾਂ ਕਹਿ ਦੇਣਾ ਵੀ ਆਪਣਾ ਪਾਲਣ ਪੋਸ਼ਣ ਕਰਨਾ, ਪਾਓ ਪੇਟ ਭਰ ਲੈਣ। ਸਾਡੀ ਜ਼ਿੰਦਗੀ ਕਿਵੇਂ ਲੰਘ ਲਈ? ਕਹਿਣ ਲੱਗੇ ਭਰਨ ਪੋਖਣ ਸੰਗ ਔਦ ਬਿਹਾਣੀ। ਸਵੇਰੇ ਉੱਠੇ, ਨਾਸ਼ਤਾ ਕਰ ਲਿਆ, ਘੁੰਮ ਲਿਆ, ਦੁਪਹਿਰੇ ਪ੍ਰਸ਼ਾਦਾ ਛਕ ਲਿਆ, ਦੁਨੀਆ ਦੇ ਕੰਮ ਕਾਜ ਕਰ ਲਏ, ਰਾਤ ਨੂੰ ਪ੍ਰਸ਼ਾਦਾ ਛਕ ਲਿਆ। ਬਸ ਦਿਨ ਵਿੱਚ ਵੀ ਖਾਣ ਵਿੱਚ ਲੰਘ ਗਿਆ, ਕੰਮ ਕਾਜ ਕਰਦੇ ਆ ਲੰਘ ਗਿਆ। ਰਾਤ ਨੂੰ ਸੌਂ ਕੇ ਗੁਜ਼ਾਰ ਦਿੱਤੀ। ਇਹ ਇੱਕ ਦਿਨ ਦਾ ਸਾਡਾ ਸਿਲਸਿਲਾ ਨਹੀਂ ਜੀ, ਵੀ ਇੱਕ ਦਿਨ ਹੀ ਐਸਾ ਬਤੀਤ ਕੀ 80 ਵਰੇ ਇਸੇ ਤਰ੍ਹਾਂ ਲੰਘ। ਮੈਂ ਨਹੀਂ ਕਹਿ ਰਿਹਾ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਕਹਿੰਦੀ, ਚਾਰ ਗਵਾਇਆ ਹੰਡ ਕੇ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਹੋਂ ਕਿਹੜੇ ਕੰਮ। ਰੈਣ ਗਵਾਈ ਸੋਏ ਕਹਿ, ਦਿਵਸ ਗਵਾਇਆ ਖਾਏ, ਹੀਰੇ ਜੈਸਾ ਜਨਮ ਹੈ ਕੌਡੀ ਬਦਲੇ। ਇਸ ਤਰ੍ਹਾਂ ਸਾਡੀ ਜ਼ਿੰਦਗੀ ਲੰਘਦੀ। ਭਰਨ ਪੋਖਣ ਸੰਗ ਔਦ ਬਿਹਾਣੀ। ਜੈ ਜਗਦੀਸ਼ ਕੀ ਗਤ ਨਹੀਂ ਜਾਣ। ਉਹ ਪਰਮਾਤਮਾ ਜਗਤ ਦਾ ਈਸ਼ਵਰ ਮਾਲਕ, ਸਾਰੀ ਉਮਰ ਉਹਦੇ ਨਾਲ ਸਾਂਝ ਨਹੀਂ ਬਣ। ਸ਼ਰਨ ਸਮਰੱਥ ਅਗੋਚਰ ਸੁਆਮੀ। ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਬੰਦਿਆ ਉਹ ਪਰਮਾਤਮਾ ਜਿਹੜਾ ਸਮਰੱਥ ਹੈ। ਸਮਰੱਥ ਦੇ ਅਰਥ ਹੁੰਦਾ ਸਾਰੀਆਂ ਤਾਕਤਾਂ ਦਾ ਮਾਲਕ, ਸਭ ਕੁਝ ਕਰਨ ਵਾਲਾ ਪਰਮਾਤਮਾ। ਅਗੋਚਰ, ਅਗੋਚਰ ਦੇ ਅਰਥ ਹੁੰਦੇ ਨੇ ਸਾਡੀ ਪਕੜ ਤੋਂ ਪਰੇ, ਜਿਹੜਾ ਇਹਨਾਂ ਹੱਥਾਂ ਦੇ ਨਾਲ ਪਕੜ ਵਿੱਚ ਨਹੀਂ ਆ ਸਕਦਾ। ਸੁਆਮੀ ਦੇ ਅਰਥ ਹੁੰਦੇ ਨੇ ਮਾਲਕ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਜਿਹੜਾ ਪਰਮਾਤਮਾ ਸਾਰੀਆਂ ਤਾਕਤਾਂ ਦਾ ਮਾਲਕ ਹੈ, ਸਾਡੀ ਪਹੁੰਚ ਤੋਂ ਪਰੇ ਹੈ, ਜਿਹੜਾ ਸਾਡਾ ਮਾਲਕ ਹੈ, ਉਹਦੀ ਸ਼ਰਨ ਵਿੱਚ ਆਇਆ।
ਸ਼ਰਨ ਵਿੱਚ ਆਉਣ ਤੋਂ ਭਾਵ ਹੈ ਉਹਦਾ ਨਾਮ ਜਪਿਆ ਕਰ। ਉਧਰ ਨਾਨਕ ਪ੍ਰਭ ਅੰਤਰਜਾਮੀ। ਉਹ ਭਲਿਆ ਜਦੋਂ ਵਾਹਿਗੁਰੂ ਦੀ ਸ਼ਰਨ ਵਿੱਚ ਆਏਂਗਾ, ਗੁਰੂ ਦੀ ਸ਼ਰਨ ਵਿੱਚ ਆਏਂਗਾ, ਇੱਕ ਵਾਹਿਗੁਰੂ ਦਾ ਨਾਮ ਜਪੇਂਗਾ, ਪਰਮਾਤਮਾ ਦਾ ਸਿਮਰਨ ਕਰੇਂਗਾ, ਕਹਿਣ ਲੱਗੇ ਸੱਚ ਜਾਣੀ ਤੂੰ ਵਕਾਰਾਂ ਵਿੱਚੋਂ ਉਧਰ ਜਾਏ, ਵਕਾਰਾਂ ਵਿੱਚੋਂ ਬਚ ਜਾਏਂਗਾ। ਇਹ ਲੋਕ ਵੀ ਸੁਖੀ ਹੋ ਜਾਏਗਾ ਤੇਰਾ ਤੇ ਪਰਲੋਕ ਵੀ ਸਹਿਲਾ ਹੋ ਜਾਏਗਾ। ਇਹ ਅੱਜ ਦਾ ਹੁਕਮਨਾਮਾ ਸੀ ਗੁਰਮੁਖੋ। 5-7 ਮਿੰਟ ਦਾ ਸਮਾਂ ਬਚਿਆ, ਕਿਉਂਕਿ ਹੁਣ ਤੁਸੀਂ ਆਏ ਹੋ ਪਰਤ ਕੇ ਕੰਮਾਂ ਕਾਰਾਂ ਵਿੱਚ ਭਲਾ ਕਹਾਵਾਲ ਕੇ ਅੱਜ ਛੁੱਟੀ ਦਾ ਦਿਨ ਹੈ, ਪਰ ਫਿਰ ਵੀ ਕਈ ਵਾਰੀ ਸਮਾਂ ਨਹੀਂ ਮਿਲਦਾ। ਬੰਦਾ ਕਹਿੰਦਾ ਚਲੋ ਸਵੇਰੇ ਗੁਰੂ ਦੇ ਦਰਸ਼ਨ ਕਰ ਆਏ, ਸਵੇਰੇ ਕੀਰਤਨ ਸੁਣ ਆਏ, ਹੁਣ ਕੱਲ੍ਹ ਨੂੰ ਵੇਖ ਲਵਾਂ। ਤੁਸੀਂ ਆਏ ਹੋ ਸਮਾਂ ਕੱਢ ਕੇ। ਅੱਜ ਸੰਗਰਾਂਦ ਦਾ ਦਿਹਾੜਾ ਹੈ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਨੇ ਮੱਘਰ ਦੇ ਮਹੀਨੇ ਵਿੱਚ ਸਾਨੂੰ ਬਹੁਤ ਆਲਾ ਉਪਦੇਸ਼ ਬਖਸ਼ਿਸ਼ ਕੀਤਾ ਹੈ। 5-7 ਮਿੰਟ ਇਹਦੇ ਵੀ ਅਖਰੀ ਅਰਥ ਕਰ ਲਈਏ। ਦੁਪਹਿਰ ਦੇ ਦੀਵਾਨਾਂ ਵਿੱਚ ਆਪਾਂ ਥੋੜ੍ਹੀ ਜਿਹੀ ਡਿਟੇਲ ਦੇ ਨਾਲ ਇਸ ਮਹੀਨੇ ਦੇ ਵਿਚਾਰ ਸਾਂਝੀ ਕਰਾਂਗੇ। ਮਹਾਰਾਜ ਜੀ ਨੇ ਇੱਥੋਂ ਬਚਨ ਆਰੰਭ ਕੀਤੇ ਨੇ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸੱਜਣਾ ਅੱਜ ਮੱਘਰ ਦਾ ਮਹੀਨਾ ਆਰੰਭ ਹੋਇਆ। ਸਿੱਖਾ ਤੂੰ ਗੁਰੂ ਨਾਨਕ ਦੇ ਘਰ ਦੇ ਵਿੱਚ ਆਇਆ, ਗੁਰੂ ਦਾ ਉਪਦੇਸ਼ ਸੁਣਨ ਵਾਸਤੇ ਆਇਆ। ਕਹਿਣ ਲੱਗੇ ਸੁਣ ਫਿਰ ਗੁਰੂ ਘਰ ਦੇ ਵਿੱਚ ਆਏ। ਮਹਾਰਾਜ ਕਹਿਣ ਲੱਗੇ ਮੱਘਰ ਦੇ ਮਹੀਨੇ ਵਿੱਚ ਉਪਦੇਸ਼ ਤੈਨੂੰ ਦਿੰਨੇ ਪਏ। ਉਹ ਜੀਵ ਰੂਪੀ ਉਸਤਰੀਆਂ ਸੁਹਾਂਦੀਆਂ, ਸੁਹਾਂਦੀਆਂ ਦੇ ਅਰਥ ਹੁੰਦਾ ਸੋਹਣੀਆਂ। ਉਹ ਸੋਹਣੀਆਂ ਨੇ ਜੀਵ ਰੂਪੀ ਇਸਤਰੀਆਂ। ਆਪਾਂ ਸਾਰਿਆਂ ਨੂੰ ਕਿਹਾ ਜਿਹਦੇ ਵਿੱਚ ਮੇਲ ਤੇ ਫੀਮੇਲ ਸਾਰੇ ਆ ਜਾਣ, ਜਿਹੜੇ ਤੁਸੀਂ ਗੁਰੂ ਦੀ ਗੋਦ ਵਿੱਚ ਬੈਠਦੇ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹ ਮਨੁੱਖ ਰੱਬ ਨੂੰ, ਗੁਰੂ ਨੂੰ ਸੋਹਣਾ ਲੱਗਦਾ ਹੈ। ਹਰ ਪਿਰ ਸੰਗ ਬੈਠੜੀਆਂ, ਜਿਹੜੀਆਂ ਜੀਵ ਰੂਪੀ ਇਸਤਰੀਆਂ ਆਪਣੇ ਪਿਰ ਦੇ ਅਰਥ ਹੁੰਦਾ ਵੈਸੇ ਪਤੀ, ਜਿਹੜੀਆਂ ਜੀਵ ਰੂਪੀ ਇਸਤਰੀਆਂ ਆਪਣੇ ਪਤੀ ਕੋਲ ਬੈਠੀਆਂ। ਹੁਣ ਆਪਾਂ ਦੁਨੀਆ ਦੀ ਗੱਲ ਹੀ ਲੈ ਲਈਏ। ਜਿਹੜੀ ਇੱਕ ਇਸਤਰੀ ਸੁਹਾਗਣ, ਉਹਦਾ ਵਿਆਹ ਹੋਇਆ, ਉਹਦਾ ਪਤੀ ਘਰ ਵਿੱਚ ਆਪਣੇ ਪਤੀ ਦੇ ਕੋਲ ਹੈ, ਤੇ ਉਹਨੂੰ ਵੀ ਆਨੰਦ ਮਿਲਦਾ ਹੈ, ਤੇ ਉਹਨੂੰ ਆਂਢੀ ਗੁਆਂਢੀ ਵੀ ਕਹਿੰਦੇ ਨੇ ਵੀ ਇਹ ਸੁਹਾਗਣ ਹੈ, ਆਪਣੇ ਪਤੀ ਦੇ ਕੋਲ ਬੈਠੀ ਹੈ, ਉਹ ਸੋਹਣੀਆਂ ਲੱਗਦੀਆਂ। ਇਸੇ ਤਰ੍ਹਾਂ ਅਸੀਂ ਸਾਰੀਆਂ ਜੀਵ ਰੂਪੀ ਇਸਤਰੀਆਂ, ਤੇ ਸਾਡਾ ਮਾਲਕ ਹੈ ਪਤੀ ਪਰਮਾਤਮਾ। ਕਹਿਣ ਲੱਗੇ ਜਦੋਂ ਤੂੰ ਜੀਵ ਰੂਪੀ ਇਸਤਰੀਏ ਆਪਣੇ ਪਤੀ ਪਰਮਾਤਮਾ ਦੇ ਕੋਲ ਬੈਠੇ। ਕੋਲ ਬੈਠਣ ਤੋਂ ਭਾਵ ਪਤਾ ਕੀ ਹੈ? ਹੁਣ ਪਰਮਾਤਮਾ ਪਤੀ ਕਿੱਥੇ ਹੈ, ਕਿੱਥੇ ਲੱਭੀਏ? ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿਣ ਲੱਗੇ ਉਹਨੂੰ ਬਾਹਰ ਲੱਭਣ ਦੀ ਲੋੜ ਨਹੀਂ, ਪਤੀ ਪਰਮਾਤਮਾ ਤੇਰੇ ਹਿਰਦੇ ਵਿੱਚ ਬੈਠੇ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਬੋਲ ਕਹਿੰਦੇ, ਸਭ ਮੈਂ ਜੋਤ ਜੋਤ ਹੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਗੁਰਸਾਖੀ ਜੋਤ ਪ੍ਰਗਟ ਹੋਏ। ਪਰਮਾਤਮਾ ਕਿਤੇ ਪਹਾੜਾਂ ਤੇ ਨਹੀਂ ਬੈਠਾ, ਪਰਮਾਤਮਾ ਕਿੱਥੇ ਹੈ? ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਸਾਜਨੜਾ ਮੇਰਾ ਸਾਜਨੜਾ ਨਿਕਟ ਖਲੋਇੜਾ ਮੇਰਾ ਸਾਜਨੜਾ। ਜਿਹੜਾ ਮੇਰਾ ਸੱਜਣ ਮਿੱਤਰ ਪਰਮਾਤਮਾ ਹੈ ਨਾ, ਉਹ ਦੂਰ ਨਹੀਂ, ਉਹ ਮੇਰੇ ਹਰ ਵਕਤ ਅੰਗ ਸੰਗ ਹੈ, ਮੇਰੇ ਹਿਰਦੇ ਵਿੱਚ ਬੈਠਾ ਹੈ ਪਰਮਾਤਮਾ। ਤੇ ਉਹਦੇ ਕੋਲ ਬੈਠਣ ਤੋਂ ਭਾਵ ਪਤਾ ਕੀ ਹੈ? ਉਹਦੇ ਕੋਲ ਬੈਠਣ ਤੋਂ ਭਾਵ ਹੈ ਉਹਨੂੰ ਹਰ ਵਕਤ ਚੇਤੇ ਰੱਖੀਏ, ਉਸ ਵਾਹਿਗੁਰੂ ਦਾ ਹਰ ਵੇਲੇ ਨਾਮ ਜਪੀਏ, ਉਸ ਪਰਦੀ ਪਰਮਾਤਮਾ ਦੀ ਯਾਦ ਵਿੱਚ ਜ਼ਿੰਦਗੀ ਬਤੀਤ ਕਰੀਏ। ਜਿਹੜਾ ਮਨੁੱਖ ਉਸ ਵਾਹਿਗੁਰੂ ਨੂੰ ਜਪਦਾ ਹੈ, ਸਿਮਰਨ ਕਰਦਾ ਹੈ, ਸਮਝ ਲੈਣਾ ਪਤੀ ਪਰਮਾਤਮਾ ਦੇ ਕੋਲ ਉਹ ਬੈਠਾ। ਉਹ ਮਹਾਰਾਜ ਜੀ ਬਚਨ ਕਹਿੰਦੇ ਨੇ, ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ। ਜਿਹੜੀਆਂ ਜੀਵ ਰੂਪੀ ਇਸਤਰੀਆਂ ਆਪਣੇ ਪਤੀ ਪਰਮਾਤਮਾ ਦੇ ਕੋਲ ਬੈਠੀਆਂ ਨੇ, ਉਹ ਸੋਹਣੀਆਂ ਲੱਗਦੀਆਂ ਨੇ। ਤਿੰਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ। ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਜਿਨ੍ਹਾਂ ਮਨੁੱਖਾਂ ਨੂੰ, ਜਿਨ੍ਹਾਂ ਜੀਵ ਰੂਪੀ ਇਸਤਰੀਆਂ ਨੂੰ ਪਰਮਾਤਮਾ ਨੇ ਆਪਣੇ ਚਰਨਾਂ ਵਿੱਚ ਜੋੜ ਲਿਆ। ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ, ਉਹਨਾਂ ਦੀ ਸ਼ੋਭਾ ਬਿਆਨ ਨਹੀਂ ਕੀਤੀ ਜਾ ਸਕਦੀ, ਉਹਨਾਂ ਦੀ ਵਡਿਆਈ ਨਹੀਂ ਕੀਤੀ ਜਾ ਸਕਦੀ, ਜਿਹੜੀਆਂ ਪਤੀ ਪਰਮਾਤਮਾ ਨਾਲ ਜੁੜ ਗਈਆਂ। ਕੋਈ ਸ਼ੱਕ ਨਹੀਂ ਗੁਰਮੁਖੋ, ਇੱਕ ਜੁੜੇ ਹੋਏ ਦੀ ਵਡਿਆਈ ਅਸੀਂ ਕੀ ਕਰਾਂਗੇ? ਜਿਹਦੇ ਰੋਮ ਰੋਮ ਵਿੱਚ ਪਰਮਾਤਮਾ ਦਾ ਨਾਮ ਵਸ ਗਿਆ ਨਾ, ਉਹਨੂੰ ਇਸ ਜ਼ਬਾਨ ਦੇ ਨਾਲ ਬਿਆਨ ਕਰਨਾ ਬੰਦੇ ਦੇ ਵੱਸ ਦੀ ਗੱਲ। ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਜਪਜੀ ਸਾਹਿਬ ਦੀ ਇੱਕ ਪੌੜੀ ਵਿੱਚ ਜ਼ਿਕਰ ਕੀਤਾ। ਉਹ ਪੌੜੀਆਂ ਨੇ 4 ਮੰਨਣ ਦੀਆਂ, ਜਿਹੜੀਆਂ 3 ਨੇ ਨਾ ਉਹਦੇ ਵਿੱਚ ਤੇ ਆਖਿਆ ਮੰਨੈ, ਜਿਹੜਾ ਮੰਨ ਲਏਗਾ ਉਹਦੇ ਤੇ ਆਹ ਬਖਸ਼ਿਸ਼ਾਂ ਹੋਣਗੀਆਂ। ਪਰ ਪਹਿਲੀ ਪੌੜੀ ਜਿਹੜੀ ਨਾ ਉਹ ਹੈ ਮੰਨੇ। ਮੰਮਾ ਮੰਮੇ ਨੂੰ ਟਿੱਪੀ ਤੇ ਨੰਨਾ ਨੰਨੇ ਨੂੰ ਇੱਕ ਲਾਭ ਹੈ।
ਉਹਦੇ ਅਰਥ ਬਣਦੇ ਨੇ ਜਿਸ ਮਨੁੱਖ ਨੇ ਪਰਮਾਤਮਾ ਦੇ ਨਾਮ ਨੂੰ ਮੰਨ ਲਿਆ। ਤੇ ਪੁੱਛਿਆ ਮਹਾਰਾਜ ਜੀ ਜਿਨ੍ਹਾਂ ਨੇ ਮੰਨ ਲਿਆ ਉਹ ਕਿੰਨੇ ਕੁ ਮਹਾਨ ਹੋ ਗਏ? ਤੇ ਗੁਰੂ ਅਰਜਨ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ ਉਹਨਾਂ ਦੀ ਮੈਂ ਸੋਭਾ ਬਿਆਨ ਹੀ ਨਹੀਂ ਕਰ ਸਕਦਾ, ਕਿੰਨੇ ਕੁ ਮਹਾਨ ਹੋ ਗਏ। ਉਹਦੇ ਬੋਲ ਨੇ ਮੰਨੇ ਕੀ ਗਤ ਕਹੀ ਨਾ ਜਾਏ। ਜਿਨ੍ਹਾਂ ਨੇ ਵਾਹਿਗੁਰੂ ਦੇ ਨਾਮ ਨੂੰ ਮੰਨ ਲਿਆ ਹੈ ਉਹਨਾਂ ਦੀ ਹਾਲਤ ਬਿਆਨ ਕਰਨੀ ਸਾਡੇ ਵੱਸ ਦੀ ਗੱਲ ਨਹੀਂ। ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹੇ ਪਿੱਛੇ ਪਛਤਾਏ। ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾ ਬਹਿ ਕਰਨ ਵਿਚਾਰ। ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੈ ਮਨ ਕੋਇ। ਜਿਹੜੇ ਰੱਬ ਦੇ ਨਾਮ ਨੂੰ ਮੰਨ ਲੈਂਦੇ ਨੇ ਨਾ ਉਹਨਾਂ ਦੀ ਮਹਿਮਾ ਕਿੰਨੀ ਕੁ ਹੋ ਜਾਂਦੀ। ਪੁੱਛੋ ਗੁਰੂ ਅਰਜਨ ਦੇਵ ਮਹਾਰਾਜ, ਉਹ ਕਹਿੰਦੇ ਨੇ ਕਿਨਕਾ ਏਕ ਜਿਸ ਜੀ ਬਸਾਵੈ, ਤਾਂ ਕਿ ਮਹਿਮਾ ਗਣੀ ਨਾ ਹੋਵੇ। ਉਹ ਜਿਸ ਮਹਾਂਪੁਰਖ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ, ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਉਹਦੀ ਮਹਿਮਾ ਅਸੀਂ ਕੀ ਬਿਆਨ ਕਰ ਸਕਦੇ। ਤੇ ਪੁੱਛਿਆ ਫਿਰ ਕੀ ਕਹੋਗੇ? ਕਹਿਣ ਲੱਗੇ ਜਿਹਨੇ ਮੰਨ ਲਿਆ ਹੈ ਨਾ ਉਹਦੇ ਬਾਰੇ ਤੇ ਅਸੀਂ ਇਹ ਕਹਾਂਗੇ ਵੀ ਧੰਨ 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 ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਤਰਾਇਆ। ਜਨ ਆਵਣ ਕਾ ਇਹ ਸਵਾਉ, ਜਨ ਕੇ ਸੰਗ ਚਿਤ ਆਵੇ ਨਾਉ। ਆਪ ਮੁਕਤ ਮੁਕਤ ਕਰੇ ਸੰਸਾਰ, ਨਾਨਕ ਤਿਸ ਜਨ ਕੋ ਸਦਾ ਨਮਸਕਾਰ। ਇਹ ਗੁਰਮੁਖੋ ਨਾਮ ਜਪਣ ਵਾਲਿਆਂ ਦੀਆਂ ਵਡਿਆਈਆਂ। ਮਹਾਰਾਜ ਜੀ ਕਹਿੰਦੇ ਨੇ ਤਿੰਨ ਕੀ ਸ਼ੋਭਾ ਕਿਆ ਗਣੀ, ਉਹਨਾਂ ਦੀ ਸ਼ੋਭਾ ਕਿਵੇਂ ਬਿਆਨ ਕਰਕੇ ਦੱਸਾਂ। ਜੇ ਸਾਹਿਬ ਮੇਲੜੀਆਂ ਜਿਨ੍ਹਾਂ ਨੂੰ ਪਰਮਾਤਮਾ ਨੇ ਆਪਣੇ ਨਾਲ ਮਿਲਾ ਲਿਆ, ਤਨ ਮਨ ਮੌਲਿਆ ਰਾਮ ਸਿਓ, ਸੰਗ ਸਾਧ ਸਹੇਲੜੀਆਂ। ਜਿਹੜੀਆਂ ਜੀਵ ਰੂਪੀ ਇਸਤਰੀਆਂ ਗੁਰੂ ਦੀ ਸੰਗਤ ਵਿੱਚ ਬੈਠੀਆਂ ਰਲ ਮਿਲ ਕੇ ਉਹਨਾਂ ਦਾ ਤਨ ਤੇ ਮਨ ਪਰਮਾਤਮਾ ਦੇ ਨਾਮ ਦੇ ਵਿੱਚ ਮੋਲਿਆ ਗਿਆ, ਖੇੜੇ ਵਿੱਚ ਆ ਗਏ, ਆਨੰਦ ਨਾਲ ਭਰ ਗਈਆਂ। ਸਾਧ ਜਨਾ ਤੇ ਬਾਹਰੀ ਸਹਿ ਰਹਿਣ ਏਕੇ ਲੜੀਆਂ। ਪਰ ਜਿਹੜੀਆਂ ਗੁਰੂ ਤੋਂ ਵਾਂਝੀਆਂ ਰਹਿ ਗਈਆਂ, ਗੁਰੂ ਦੇ ਚਰਨਾਂ ਵਿੱਚ ਜੁੜੀਆਂ ਨਹੀਂ, ਕਹਿਣ ਲੱਗੇ ਉਹ ਤੇ ਕੱਲੀਆਂ ਹੀ ਧੱਕੇ ਖਾਂਦੀਆਂ ਫਿਰਦੀਆਂ ਨੇ। ਤਿੰਨ ਦੁੱਖ ਨਾ ਕਬਹੂ ਉਤਰੇ, ਸੇ ਜੰਮ ਕੇ ਵਸ ਪੜੀਆਂ। ਜਿਹੜੀਆਂ ਗੁਰੂ ਵਾਲੀਆਂ ਨਹੀਂ ਨਾ ਬਣੀਆਂ, ਨਾਮ ਨੇ ਜਪਿਆ, ਉਹਨਾਂ ਨੂੰ ਜਮਾਂ ਦੇ ਵਸ ਵਿੱਚ ਪੈਣਾ ਪੈਂਦਾ। ਉਹਨਾਂ ਦੇ ਫਿਰ ਦੁੱਖ ਜਿਹੜੇ ਨੇ ਉਹ ਕਦੀ ਖਹਿੜਾ ਨਹੀਂ ਛੱਡਦੇ। ਜਿੰਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ। ਜਿਨ੍ਹਾਂ ਨੇ ਪਰਮਾਤਮਾ ਨੂੰ ਰਾਵਿਆ ਸਿਮਰਿਆ ਉਹ ਪਰਮਾਤਮਾ ਦੇ ਦਰ ਤੇ ਖਲੋਂਦੀਆਂ ਨੇ, ਸ਼ੋਭਾ ਪਾਉਂਦੀਆਂ ਨੇ। ਰਤਨ ਜਵੇਹਰ ਲਾਲ ਹਰ ਕੰਠ ਤਿਨਾ ਜੜੀਆਂ, ਕਿਉਂਕਿ ਉਹਨਾਂ ਨੇ ਆਪਣੇ ਗਲੇ ਦੇ ਵਿੱਚ ਪਰਮਾਤਮਾ ਦੇ ਨਾਮ ਰੂਪੀ ਰਤਨਾਂ ਨੂੰ ਜੜ ਲਿਆ, ਨਾਮ ਨੂੰ ਜਪ ਲਿਆ। ਨਾਨਕ ਬਾਛੇ ਧੂੜ ਤਿੰਨ ਪ੍ਰਭ ਸ਼ਰਣੀ ਦਰ ਪੜੀਆਂ। ਮੇਰੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਨੇ ਕਿਤੇ ਨਾਮ ਜਪਣ ਵਾਲੀਆਂ ਰੂਹਾਂ ਮਿਲ ਜਾਣ, ਉਹਨਾਂ ਦੇ ਚਰਨਾਂ ਦੀ ਧੂੜ ਮੈਂ ਆਪਣੇ ਮਸਤਕ ਨੂੰ ਲਾਵਾਂ। ਅਖੀਰ ਵਿੱਚ ਕਹਿੰਦੇ ਨੇ ਮੰਗਰ ਪ੍ਰਭ ਆਰਾਧਨਾ ਬਹੁੜਨਾ ਜਨਮੜੀਆਂ। ਉਹ ਸਜਣਾ ਅੱਜ ਮੱਘਰ ਦਾ ਮਹੀਨਾ ਆਰੰਭ ਹੋਇਆ, ਗੁਰੂ ਦੀ ਗੋਦ ਵਿੱਚ ਗੁਰੂ ਦੇ ਬਚਨ ਸੁਣਨ ਵਾਸਤੇ ਆਇਆ। ਮਹਾਰਾਜ ਜੀ ਕਹਿੰਦੇ ਨੇ ਜਿਹੜੇ ਪ੍ਰਭੂ ਨੂੰ ਆਰਾਧਦੇ ਨੇ, ਜਿਹੜਾ ਵਾਹਿਗੁਰੂ ਦਾ ਸਿਮਰਨ ਕਰਦੇ ਨੇ, ਉਹਨਾਂ ਨੂੰ 84 ਦੇ ਗੇੜ ਵਿੱਚ ਨਹੀਂ ਹੋ ਪੈਣਾ ਪੈਂਦਾ। ਮੈਂ ਥੋੜ੍ਹੀ ਜਿਹੀ ਅੱਖਰੀ ਅਰਥੀ ਕਰ ਸਕਿਆ, ਕੋਈ ਸਮਾਂ ਥੋੜ੍ਹਾ ਸੀ। ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ, ਵਿਚਾਰਾਂ ਕਰਦੇ ਹੋਈਆਂ ਬੇਅੰਤ ਬੇਅੰਤ ਭੁੱਲਾਂ ਬਖਸ਼ ਲੈਣੀਆਂ ਜੀਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰ ਦਰਸ਼ਨ ਦੇਖ ਨਿਹਾਲੀ, ਗੁਰ ਦਰਸ਼ਨ ਦੇਖ ਨਿਹਾਲੀ, ਗੁਰ ਦਰਸ਼ਨ ਦੇਖ ਨਿਹਾਲੀ। ਗੁਰ ਦਰਸ਼ਨ ਦੇਖ ਨਿਹਾਲੀ, ਗੁਰ ਦਰਸ਼ਨ ਦੇਖ ਨਿਹਾਲੀ। ਪੰਧ ਜੁਲੰਧੜੀ ਮੇਰਾ ਅੰਦਰ ਠੰਡਾ, ਪੰਧ ਜੁਲੰਧੜੀ ਮੇਰਾ ਅੰਦਰ ਠੰਡਾ। ਗੁਰ ਦਰਸ਼ਨ ਦੇਖ ਨਿਹਾਲੀ, ਗੁਰ ਦਰਸ਼ਨ ਦੇਖ ਨਿਹਾਲੀ। ਪੰਧ ਜੁਲੰਧੜੀ ਮੇਰਾ ਅੰਦਰ ਠੰਡਾ, ਪੰਧ ਜੁਲੰਧੜੀ ਮੇਰਾ ਅੰਦਰ ਠੰਡਾ। ਪੰਧ
ਜੁਲੰਧੜੀ ਮੇਰਾ ਤਨ ਮਨ ਬੋਲਾ ਸੋਏ ਸੁਨੰਦੜੀ ਮੇਰਾ ਤਨ ਮਨ ਮੋਲਾ ਸੋਏ ਸੁਣੰਦੜੀ ਮੇਰਾ ਤਨ ਮਨ ਮੋਲਾ ਨਾਮ ਜਪੰਦੜੀ ਲਾਲੀ ਨਾਮ ਜਪੰਦੜੀ ਲਾਲੀ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਮੇਰਾ ਮੇਰਾ ਅੰਦਰ ਠੰਡਾ ਪੰਦ ਜੁਲੰਧੜੀ ਮੇਰਾ ਮੇਰਾ ਅੰਦਰ ਠੰਡਾ ਮੇਰਾ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ 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 ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਗੁਰ ਦਰਸ਼ਨ ਦੇਖ ਗੁਰ ਦਰਸ਼ਨ ਦੇਖ ਗੁਰ ਦਰਸ਼ਨ ਦੇਖ ਨਿਹਾਲੀ ਪੰਦ ਜੁਲੰਧੜੀ ਮੇਰਾ ਅੰਦਰ ਠੰਡਾ ਗੁਰ ਦਰਸ਼ਨ ਦੇਖ ਨਿਹਾਲੀ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕਾ ਦਰਸ਼ਨ ਦੇਖ ਦੇਖ ਜੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ ਗੁਰ ਕੇ ਚਰਨ ਤੋਏ ਤੋਏ ਪੀਵਾ
देख जीवा गुर के चरण तोए तोए पीवा गुर के चरण तोए तोए पीवा गुर का दर्शन देख देख जीवा गुर के चरण तोए तोए पीवा गुर के चरण तोए तोए पीवा। गुर की रेण नित मजन करो जन्म जन्म की हूँ मैं मलहरो। गुर की रेण नित मजन करो जन्म जन्म की हूँ मैं मलहरो। इस गुर को चुलावो पाखा महागन दे हाथ दे राखा। इस गुर को चुलावो पाखा महागन दे हाथ दे राखा महागन दे हाथ दे राखा। गुर का दर्शन देख देख जीवा गुर के चरण तोए तोए पीवा गुर के चरण तोए तोए पीवा। गुर का दर्शन देख देख जीवा गुर के चरण तोए तोए पीवा गुर के चरण तोए तोए पीवा। इस गुर के गृह तो वो पानी जिस गुर ते अकल गत जानी। इस गुर के ग्रेटो वो पानी जिस गुर दे अकल गत जानी। इस गुर के ग्रह पीसो नीत जिस पर साध वैरी सब मीत जिस पर साध वैरी सब मीत। गुर का दर्शन देख देख जीवा गुर के चरण तोए तोए पी
ਕਲ ਕਲੇਸ ਭੈ ਭ੍ਰਮ ਦੁਖ ਲਾਥਾ ਕਲ ਕਲੇਸ